ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾਂ। ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੇ ਚਾਤ੍ਰ ਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਏ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ। ਇਹ ਪਾਵਨ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਿਰਹੋਂ ਦੇ ਮਿਲਾਪ ਕਾਰਨ ਆਪਣੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਉਦਾਸੀ ਦੇ ਰੂਪ ਦੇ ਵਿੱਚ ਇਹ ਜਿਹੜੇ ਚਾਰ ਪਦਿਆਂ ਦਾ ਸ਼ਬਦ ਸਤਿਗੁਰੂ ਜੀ ਨੇ ਲਾਹੌਰ ਦੀ ਧਰਤੀ 'ਤੇ ਲਿਖੇ ਹਨ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਸਹਾਰੇ ਜੀ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ। ਆਣ ਕੇ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਕਿ ਮੇਰੇ ਪੁੱਤਰ ਤੁਹਾਡੇ ਭਤੀਜੇ ਦਾ ਵਿਆਹ ਹੈ। ਤੁਸੀਂ ਕਿਰਪਾ ਕਰਕੇ ਮੇਰੇ ਨਾਲ ਲਾਹੌਰ ਜਾਣਾ ਕਰੋ ਅਤੇ ਮੇਰੇ ਗ੍ਰਹਿ ਵਿਖੇ ਆਪਣੇ ਚਰਨ ਕਮਲ ਪਾ ਕੇ ਮੇਰੇ ਘਰ ਨੂੰ ਪਾਵਨ ਪਵਿੱਤਰ ਕਰੋ। ਅਤੇ ਜਿਹੜੇ ਮੈਂ ਕਾਰਜ ਅਰੰਭੇ ਹਨ ਉਹ ਆਪ ਜੀ ਦੀ ਕਿਰਪਾ ਦੇ ਨਾਲ ਸਫਲੇ ਹੋ ਜਾਣ। ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕੁਝ ਸਮੇਂ ਵਾਸਤੇ ਚੁੱਪ ਕਰ ਗਏ। ਫਿਰ ਫਰਮਾਨ ਕਰਦੇ ਹਨ ਕਿ ਭਰਾਤਾ ਜੀ ਇੱਕ ਮੁਸ਼ਕਲ ਹੈ ਕਿ ਜੇ ਅਸੀਂ ਤੁਹਾਡੇ ਨਾਲ ਲਾਹੌਰ ਚਲੇ ਗਏ ਅਤੇ ਸਾਰੀਆਂ ਸੰਗਤਾਂ ਵੀ ਲਾਹੌਰ ਪੁੱਜ ਜਾਣਗੀਆਂ। ਤੁਸੀਂ ਉੱਥੇ ਵਿਆਹ ਦੇ ਕਾਰਜ ਵੀ ਬਹੁਤ ਹੁੰਦੇ ਹਨ, ਜਾਂਜੀਆਂ ਮਾਂਜੀਆਂ ਦੀ ਭੀੜ ਵੀ ਕਾਫੀ ਹੁੰਦੀ ਹੈ। ਤੁਸੀਂ ਵਿਆਹ ਦੇ ਕਾਰਜ ਕਰੋਗੇ ਕਿ ਜਾਂ ਸੰਗਤਾਂ ਨੂੰ ਸਾਂਭੋਗੇ। ਇਸ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਨੂੰ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਰਹਿਣ ਦਿਓ ਅਤੇ ਸਾਡੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਆਪਣੇ ਨਾਲ ਲੈ ਜਾਓ। ਉਹ ਤੁਹਾਡੇ ਵਿਆਹ ਦੇ ਕਾਰਜ ਸਾਰੇ ਜਿਹੜੇ ਹਨ ਸਫਲੇ ਹੋਣਗੇ। ਤੁਸੀਂ ਇਹ ਸਾਡੀ ਗੱਲ ਮੰਨ ਲਓ ਅਤੇ ਉਹਨਾਂ ਨੂੰ ਨਾਲ ਲੈ ਜਾਓ। ਅਤੇ ਸਹਾਰੇ ਜੀ ਕਹਿਣ ਲੱਗੇ ਸਤ ਬਚਨ ਜੀ, ਜਿਵੇਂ ਆਪ ਜੀ ਦਾ ਹੁਕਮ ਹੈ, ਜਿਵੇਂ ਆਪ ਜੀ ਨੂੰ ਚੰਗਾ ਭਾਉਂਦਾ ਹੈ ਆਪ ਉਸੇ ਹੀ ਤਰ੍ਹਾਂ ਕਰੋ ਜੀ। ਉਸ ਵੇਲੇ ਫਿਰ ਪ੍ਰਿਥੀ ਚੰਦ ਨੂੰ ਬੁਲਾਇਆ ਗਿਆ। ਪ੍ਰਿਥੀ ਚੰਦ ਜਦੋਂ ਸਤਿਗੁਰਾਂ ਦੇ ਸਾਹਮਣੇ ਆਇਆ ਅਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਤੁਹਾਡੇ ਤਾਇਆ ਜੀ ਲਾਹੌਰ ਤੋਂ ਆਏ ਹਨ, ਤੁਸੀਂ ਇਹਨਾਂ ਦੇ ਨਾਲ ਜਾਣਾ ਕਰੋ। ਇਹਨਾਂ ਦੇ ਪੁੱਤਰ ਦਾ ਵਿਆਹ ਹੈ ਅਤੇ ਸਾਰੇ ਕਾਰਜ ਨਿਭਾ ਕੇ ਫਿਰ ਆਓ। ਪਰ ਇੱਧਰ ਤਾਂ ਪ੍ਰਿਥੀ ਚੰਦ ਦਿਨੇ ਰਾਤ ਮਾਇਆ ਦੇ ਵਿੱਚ ਹੀ ਲੱਗਾ ਰਹਿੰਦਾ ਸੀ। ਮਾਇਆ ਹੀ ਇਕੱਠੀ ਕਰਨ ਦੇ ਵਿੱਚ ਜੋ ਸੰਗਤਾਂ ਲੈ ਕੇ ਭੇਟਾਂ ਆਉਂਦੀਆਂ ਸਨ ਉਹ ਸਾਰੇ ਹੀ ਮਾਇਆ ਪ੍ਰਿਥੀ ਚੰਦ ਹੀ ਆਪਣੇ ਹੱਥੀਂ ਸਾਂਭਦਾ ਸੀ। ਅਤੇ ਸਤਿਗੁਰੂ ਦੇ ਮਾਇਆ ਦਾ ਇੰਨਾ ਇਹਨੂੰ ਲਾਲਚ ਪਿਆ ਸੀ ਕਿ ਕਿਉਂਕਿ ਮਾਇਆ ਜਿਹੜੀ ਹੈ ਉਹ ਮੱਤ ਮਾਰ ਦਿੰਦੀ ਹੈ, ਵੱਡੇ ਛੋਟੇ ਦਾ ਸਤਿਕਾਰ ਕਰਨਾ ਭੁੱਲ ਜਾਂਦੀ ਹੈ। ਗੁਰੂ
ਪੀਰ ਦਾ ਸਤਿਕਾਰ ਕਰਨ ਦੀ ਜਾਚ ਭੁਲਾ ਦਿੰਦੀ ਹੈ। ਇਹੋ ਹੀ ਅੱਜ ਬਿਰਥੀ ਚੰਦ ਦੇ ਨਾਲ ਹੋਇਆ। ਸਿੱਧਾ ਹੀ ਸਤਿਗੁਰੂ ਜੀ ਨੂੰ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾਣਾ। ਤੇ ਸਤਿਗੁਰੂ ਜੀ ਨੇ ਫਿਰ ਦੂਸਰੀ ਵਾਰੀ ਵੀ ਆਖਿਆ ਕਿ ਬਿਰਥੀ ਚੰਦ ਤੂੰ ਵੱਡਾ ਹੈ, ਸਾਡੀ ਜਗ੍ਹਾ 'ਤੇ ਤੇਰਾ ਜਾਣਾ ਬਣਦਾ ਹੈ, ਤੂੰ ਜਿੱਦ ਨਾ ਕਰ ਅਤੇ ਜਾ ਆਪਣੇ ਤਾਇਆ ਜੀ ਦੇ ਨਾਲ ਚਲਾ ਜਾ ਅਤੇ ਵਿਆਹ ਦੇ ਕਾਰਜ ਨਿਭਾ ਕੇ ਫਿਰ ਆ ਜਾਣਾ। ਫਿਰ ਦੂਜੀ ਵਾਰੀ ਵੀ ਕਹਿੰਦਾ ਨਹੀਂ ਪਿਤਾ ਜੀ ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾਣਾ ਅਤੇ ਤੁਸੀਂ ਹੋਰ ਨੂੰ ਭੇਜ ਦਿਓ। ਸਤਿਗੁਰੂ ਕਹਿੰਦੇ ਕਿ ਪੁੱਤਰ ਜਿੱਦ ਨਾ ਕਰ, ਤੂੰ ਚਲਾ ਜਾ। ਅਤੇ ਫਿਰ ਜਦੋਂ ਤੀਸਰੀ ਵਾਰੀ ਕਿਹਾ ਅਤੇ ਜਿਹੜਾ ਅੰਦਰ ਸੀ ਉਹ ਫਿਰ ਬਾਹਰ ਪ੍ਰਗਟ ਹੋ ਗਿਆ। ਕਹਿੰਦਾ ਕਿ ਮੈਂ ਕਿਸ ਤਰ੍ਹਾਂ ਜਾ ਸਕਦਾ ਹਾਂ, ਸੰਗਤ ਜਿਹੜੀ ਹੁਣ ਕਾਫੀ ਆਉਣ ਲੱਗ ਪਈ ਹੈ ਅਤੇ ਸੰਗਤ ਕਾਰ ਭੇਟਾ ਲੈ ਕੇ ਆਉਂਦੀ ਹੈ, ਉਹਨੂੰ ਸਾਂਭਣ ਦਾ ਕੰਮ ਜਿਹੜਾ ਹੈ ਮੇਰੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਹੈ, ਇਸ ਕਰਕੇ ਮੈਂ ਨਹੀਂ ਜਾ ਸਕਦਾ। ਮੈਂ ਉਹ ਜਿਹੜੀ ਹੈ ਮਾਇਆ ਆਉਂਦੇ ਕਾਰ ਭੇਟਾ ਆਉਂਦੇ ਉਹ ਸਾਂਭਣੀ ਹੈ, ਜੇ ਮੈਂ ਚਲਾ ਗਿਆ ਤਾਂ ਉਹਨੂੰ ਕੌਣ ਸਾਂਭੇਗਾ। ਇਸ ਕਰਕੇ ਤੁਸੀਂ ਹੋਰ ਵੀ 2 ਪੁੱਤਰ ਹਨ, ਉਹਨਾਂ ਦੇ ਵਿੱਚੋਂ ਕਿਸੇ ਨੂੰ ਭੇਜ ਦਿਓ। ਅਤੇ ਨਹੀਂ ਮੰਨਿਆ। ਤਿੰਨੇ ਬਚਨ ਸਤਿਗੁਰੂ ਜੀ ਦੇ ਜਿਹੜੇ ਸਨ ਉਹ ਮੋੜ ਦਿੱਤੇ। ਅਤੇ ਫਿਰ ਸਤਿਗੁਰੂ ਕਹਿੰਦੇ ਠੀਕ ਹੈ। ਸਤਿਗੁਰੂ ਨੇ ਆਪਣੇ ਵਿਚਕਾਰਲਾ ਪੁੱਤਰ ਮਹਾਦੇਵ ਜੀ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਵੀ ਆਖਿਆ ਕਿ ਤੁਸੀਂ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਚਲੇ ਜਾਓ, ਇਹਨਾਂ ਦੇ ਸਪੁੱਤਰ ਦਾ ਵਿਆਹ ਹੈ, ਤੁਹਾਡੇ ਭਰਾ ਦਾ ਵਿਆਹ ਹੈ, ਅਤੇ ਕਾਰਜ ਨਿਭਾ ਕੇ ਫਿਰ ਆਓ। ਅਤੇ ਇਹ ਤਾਂ ਅਲਮਸਤ ਸੀ। ਕਹਿੰਦਾ ਕਿ ਮੈਂ ਕਿਸੇ ਤਾਏ ਤੂਏ ਨੂੰ ਜਾਣਦਾ ਨਹੀਂ, ਮੇਰਾ ਕੋਈ ਤਾਇਆ ਤੂਆ ਨਹੀਂ ਹੈ, ਮੈਂ ਨਹੀਂ ਜਾਣਾ। ਕਿਉਂਕਿ ਉਹ ਰਹਿੰਦੇ ਹੀ ਮਸਤ ਸੁਭਾਅ ਦੇ ਵਿੱਚ ਸਨ, ਸੰਸਾਰਕ ਧੰਦਿਆਂ ਦੇ ਵਿੱਚ ਬਹੁਤ ਘੱਟ ਪੈਂਦੇ ਸਨ, ਨਹੀਂ ਸਨ ਪੈਂਦੇ। ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਸਤਿਗੁਰੂ ਜੀ ਨੂੰ ਕਹਿੰਦੇ ਕਿ ਤੁਸੀਂ ਛੋਟੇ ਨੂੰ ਭੇਜ ਦਿਓ ਜਾਂ ਕਿਸੇ ਹੋਰ ਨੂੰ ਭੇਜ ਦਿਓ। ਅਤੇ ਸਤਿਗੁਰੂ ਜੀ ਨੇ ਫਿਰ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੁਨਾਹ ਭੇਜਿਆ। ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਜਿਸ ਵੇਲੇ ਸੁਨਾਹਾ ਮਿਲਿਆ ਉਸੇ ਵੇਲੇ ਹੀ ਸਾਰੇ ਕੰਮ ਵਿੱਚ ਹੀ ਛੱਡ ਕੇ ਦੌੜਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਾ। ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਜਦੋਂ ਸਹਾਰੇ ਵੱਲ ਜੇ ਵੇਖਿਆ ਉਹਨਾਂ ਨੂੰ ਵੀ ਨਮਸਕਾਰ ਕੀਤੀ। ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਏ, ਕੋਈ ਬਚਨ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਕਿ ਇਹ ਤੁਹਾਡੇ ਤਾਇਆ ਜੀ ਹਨ, ਲਾਹੌਰ ਤੋਂ ਆਏ ਹਨ, ਇਹਨਾਂ ਦੇ ਪੁੱਤਰ ਦਾ ਵਿਆਹ ਹੈ, ਤੁਸੀਂ ਇਹਨਾਂ ਦੇ ਨਾਲ ਲਾਹੌਰ ਜਾਣਾ ਕਰੋ ਅਤੇ ਉੱਥੇ ਜਾ ਕੇ ਵਿਆਹ ਦੇ ਕਾਰਜ ਜਿਹੜੇ ਹਨ ਸਾਰੇ ਨਿਭਾਓ। ਅਤੇ ਕਹਿੰਦੇ 7 ਬਚਨ ਜੀ ਜਿਵੇਂ ਆਪ ਜੀ ਦਾ ਹੁਕਮ ਮੰਨ ਕੇ ਤੁਰ ਪਏ। ਅਤੇ ਜਦੋਂ ਪਿੱਛੇ ਹੋਏ ਅਤੇ ਸਤਿਗੁਰੂ ਜੀ ਨੇ ਫਿਰ ਆਵਾਜ਼ ਮਾਰ ਲਈ, ਕਿਉਂਕਿ ਇਹ ਪਰਖ ਦੇ ਘੜੇ ਸੀ। ਫਿਰ ਕਹਿੰਦਾ ਕਿ ਦੂਸਰਾ ਬਚਨ ਸਾਡਾ ਇਹ ਹੈ ਕਿ ਵਿਆਹ ਦੇ ਕਾਰਜ ਨਿਭਾ ਕੇ ਤੁਸੀਂ ਇਹ ਅੰਮ੍ਰਿਤਸਰ ਨਹੀਂ ਆਉਣਾ, ਤੁਸੀਂ ਉੱਥੇ ਲਾਹੌਰ ਦੇ ਵਿੱਚ ਹੀ ਰਹਿਣਾ ਹੈ। ਜਿੰਨਾ ਚਿਰ ਅਸੀਂ ਸੁਨੇਹਾ ਨਾ ਭੇਜੀਏ ਉਨਾ ਚਿਰ ਆਪਣੇ ਆਪ ਨਹੀਂ ਆਉਣਾ। ਅਸੀਂ ਸਮਾਂ ਆਉਣ 'ਤੇ ਆਪ ਜੀ ਨੂੰ ਸੁਨੇਹਾ ਭੇਜਾਂਗੇ, ਫਿਰ ਆਪ ਜੀ ਨੇ ਆਉਣਾ ਹੈ। 7 ਬਚਨ ਕਿਹਾ ਕਿ ਜਿਵੇਂ ਆਪ ਜੀ ਦਾ ਹੁਕਮ ਹੈ ਜੀ, ਅਤੇ ਹੁਕਮ ਮੰਨਣਾ। ਇੱਥੇ ਜਿਹੜਾ ਇੱਕ ਵਾਰੀ ਵੀ ਕੋਈ ਨਾ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਵੀ ਨਹੀਂ ਆਈ ਕਿ ਸਾਨੂੰ ਕਿਉਂ ਭੇਜ ਰਹੇ ਹਨ ਜਾਂ ਸਾਨੂੰ ਕਿਉਂ ਕਿਹਾ ਹੈ ਕਿ ਉੱਥੇ ਹੀ ਰਹਿਣਾ ਹੈ। 7 ਬਚਨ ਕਹਿ ਕੇ ਉਧਰ ਸਹਾਰੇ ਜੀ ਨੂੰ ਵੀ ਮਨ ਦੇ ਵਿੱਚ ਹੌਸਲਾ ਹੋਇਆ ਕਿ ਚਲੋ ਇਹਨਾਂ ਦੇ ਛੋਟੇ ਪੁੱਤਰ ਹੀ ਜਾਣਗੇ ਤਾਂ ਜ਼ਰੂਰ। ਅਤੇ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਮਾਤਾ ਜੀ ਨੂੰ ਮਿਲਣ ਵਾਸਤੇ ਚਲੇ ਗਏ। ਜਾ ਕੇ ਸਾਰੀ ਗੱਲ ਮਾਤਾ ਜੀ ਨੂੰ ਦੱਸੀ ਕਿ ਮੈਂ ਤਾਇਆ ਜੀ ਦੇ ਨਾਲ ਲਾਹੌਰ ਉਹਨਾਂ ਦੇ ਵਿਆਹ ਕਾਰਜ ਨਿਭਾਉਣ ਵਾਸਤੇ ਜਾ ਰਿਹਾ ਹਾਂ। ਅਤੇ ਮਾਤਾ ਜੀ ਨੇ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾਇਆ, ਆਖੇ ਕਿ ਪੁੱਤਰ ਤੂੰ ਸੋਢੀ ਬੰਸ ਦੀ ਅੱਜ ਰੱਖ ਵਿਖਾਈ ਹੈ। ਜੇ ਅੱਜ ਤੁਸੀਂ ਵੀ ਆਪਣੇ ਪਿਤਾ ਜੀ ਨੂੰ ਨਾ ਕਰ ਦਿੰਦੇ ਅਤੇ ਜਿਹੜੀ ਇਹ ਗੁਰਗੱਦੀ ਸੀ ਸੋਢੀ ਬੰਸ ਦੇ ਵਿੱਚ, ਇਹ ਸੋਢੀ ਬੰਸ ਦੇ ਵਿੱਚੋਂ ਨਿਕਲ ਜਾਣੇ ਸੀ। ਤੁਸੀਂ ਸੋਢੀ ਬੰਸ ਦੀ ਰੱਖ ਵਿਖਾਈ ਹੈ। ਘੁੱਟ ਕੇ ਸੀਨੇ ਦੇ ਨਾਲ ਲਾਏ ਅਤੇ ਦਿਲੋਂ ਅਸੀਸਾਂ ਦਿੱਤੀਆਂ ਕਿ ਆਪ ਜੀ ਨੂੰ ਪਰਮਾਤਮਾ ਦਾ ਨਾਮ
ਕਦੇ ਨਾ ਵਿਸਰੇ। ਨਿਮਕ ਭਾਰਵੇ ਪਰਮਾਤਮਾ ਦਾ ਨਾਮ ਆਪ ਜੀ ਨੂੰ ਨਾ ਵਿਸਰੇ। ਤੇ ਗੁਰੂ ਨਾਨਕ ਆਪ ਜੀ ਦੇ ਸਦਾ ਅੰਗ ਸੰਗ ਸਹਾਈ ਰਹਿਣ। ਇਹੋ ਹੀ ਪਾਵਨ ਸ਼ਬਦ ਫਿਰ ਮਾਤਾ ਦੇ ਅਸੀਸਾਂ ਦੇ ਵਿੱਚ ਬਾਅਦ ਦੇ ਵਿੱਚ ਸਤਿਗੁਰੂ ਜੀ ਨੇ ਜਿਹੜਾ ਹੈ ਗੁਜਰੀ ਰਾਤ ਦੇ ਵਿੱਚ ਉਚਾਰਨ ਕੀਤਾ। ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਮਾਤਾ ਜੀ ਦੇ ਕੋਲੋਂ ਅਸੀਸਾਂ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਤੇ ਸਹਾਰੀ ਜੀ ਦੇ ਨਾਲ ਲਾਹੌਰ ਨੂੰ ਤੁਰ ਪਏ ਤੇ ਜਾ ਕੇ ਵਿਆਹ ਦੇ ਸਾਰੇ ਕਾਰਜ ਨਿਭਾਏ। ਤੇ ਜਾ ਕੇ ਜੋ ਲਾਹੌਰ ਦੇ ਵਿੱਚ ਧਰਮਸਾਲ ਬਣੇ ਸੀ ਉਹਦੇ ਵਿੱਚ ਜਾ ਕੇ ਰਹਿਣ ਲੱਗ ਪਏ। ਤੇ ਸੰਗਤਾਂ ਸਵੇਰੇ ਸ਼ਾਮ ਆਉਣ ਲੱਗ ਪਈਆਂ ਤੇ ਬਾਣੀ ਪੜ੍ਹਦੇ ਸਨ ਤੇ ਸੰਗਤਾਂ ਦੇ ਨਾਲ ਬਚਨ ਬਿਲਾਸ ਕਰਨੇ। ਮਿੱਠੀਆਂ ਮਿੱਠੀਆਂ ਸਤਿਗੁਰੂ ਜੀ ਦੀਆਂ ਗੱਲਾਂ ਸੁਣ ਕੇ ਸੰਗਤਾਂ ਨਿਹਾਲ ਹੁੰਦੀਆਂ ਸਨ। ਕਰਦਿਆਂ ਸਮਾਂ 7-8 ਮਹੀਨੇ ਗੁਜ਼ਰ ਗਿਆ ਤੇ ਅੱਜ ਮਨ ਦੇ ਵਿੱਚ ਪਿਤਾ ਗੁਰੂ ਨੂੰ ਮਿਲਣ ਵਾਸਤੇ ਬਹੁਤ ਹੀ ਜ਼ਿਆਦਾ ਤੜਫ ਰਹੇ ਹਨ। ਕੋਠੇ ਦੀ ਛੱਤ ਦੇ ਉੱਤੇ ਚੜ੍ਹ ਕੇ ਲਾਹੌਰ ਵੱਲ ਨੂੰ ਅੱਖਾਂ ਲਾ ਕੇ, ਲਾਹੌਰ ਤੋਂ ਅੰਮ੍ਰਿਤਸਰ ਵੱਲ ਨੂੰ ਅੱਖਾਂ ਲਾ ਕੇ ਤੱਕ ਰਹੇ ਹਨ। ਬਹੁਤ ਨੀਘ ਲਾ ਕੇ ਅੰਮ੍ਰਿਤਸਰ ਵੱਲ ਨੂੰ ਵੇਖ ਰਹੇ ਹਨ ਤੇ ਰੋਜ਼ ਹੀ ਇਹ ਕਰਮ ਕਰਦੇ ਸਨ। ਫਿਰ ਜਾਣਿਆ ਕਿ ਕੋਈ ਨਹੀਂ, ਜਦੋਂ ਆਉਣਾ ਤੇ ਫਿਰ ਥੱਲੇ ਆ ਜਾਂਦੇ। ਤੇ ਫਿਰ ਕਰਦਿਆਂ 1 ਸਾਲ ਦਾ ਸਮਾਂ ਗੁਜ਼ਰ ਗਿਆ। ਜਦੋਂ ਸਾਲ ਦਾ ਸਮਾਂ ਜੋ ਗੁਜ਼ਰ ਗਿਆ ਤੇ ਫਿਰ ਇੱਕ ਦਿਨ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਸੀ ਉਹ ਵਿਚਾਰ ਉੱਠਿਆ ਗੁਰੂ ਨੂੰ ਮਿਲਣ ਵਾਸਤੇ। ਫਿਰ ਕੀ ਕਰਦੇ ਹਨ, ਕਲਮ ਤੇ ਕਾਗਜ਼ ਲੈਂਦੇ ਹਨ। ਇਹ ਪਾਵਨ ਸ਼ਬਦ ਜਿਹੜਾ ਹੈ ਇਹ ਉਚਾਰਨ ਕਰਦੇ ਹਨ, ਲਿਖਦੇ ਹਨ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਏ ਬਿਲਬ ਕਰੇ ਚਾਤਰ ਕੀ ਨਿਆਏ। ਸਤਿਗੁਰੂ ਜੀ ਇਹ ਪਾਵਨ ਬਚਨ ਲਿਖਦੇ ਹਨ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਏ। ਮੇਰਾ ਮਨ ਜਿਹੜਾ ਹੈ ਉਹ ਪਿਤਾ ਗੁਰੂ ਆਪ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਤੇ ਬਿਲ ਪਕਰੇ ਚਾਤਰ ਕੀ ਨਿਆਏ। ਜਿਸ ਤਰ੍ਹਾਂ ਚਾਤਰਿਕ ਪਪੀਹਾ ਜਿਹੜਾ ਹੈ ਉਹ ਸ਼ਾਂਤੀ ਬੂੰਦ ਵਾਸਤੇ ਤੜਫਦਾ ਹੈ, ਇਸ ਤਰ੍ਹਾਂ ਮੇਰਾ ਮਨ ਵੀ ਆਪ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਆਪ ਜੀ ਦੇ ਦਰਸ਼ਨਾਂ ਨੂੰ ਵੇਖਣ ਵਾਸਤੇ ਤੜਫ ਰਿਹਾ ਹੈ। ਤ੍ਰਿਖਾਨ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ। ਸਤਿਗੁਰੂ ਜੀ ਤ੍ਰਿਖਾਨ ਉਤਰੇ, ਮੇਰੀ ਜਿਹੜੀ ਅੰਤਰ ਆਤਮਾ ਦੀ ਪਿਆਸ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੀ, ਤੇ ਆਪ ਜੀ ਦੇ ਦਰਸ਼ਨ ਹੋਣਗੇ ਫਿਰ ਇਹ ਮੇਰੀ ਅੰਤਰ ਆਤਮਾ ਦੀ ਤ੍ਰਿਖਾ ਜਿਹੜੀ ਤ੍ਰੇ ਹੈ ਉਹ ਮਿਟੇਗੀ। ਸ਼ਾਂਤ ਨ ਆਵੇ ਤੇ ਮੇਰੇ ਮਨ ਨੂੰ ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ। ਬਿਨ ਦਰਸ਼ਨ ਸੰਤ ਪਿਆਰੇ ਜੀ, ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਨਾ ਮੇਰੀ ਆਤਮਾ ਦੀ ਤ੍ਰੇ ਮਿਟਦੀ ਹੈ ਤੇ ਨਾ ਹੀ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ। ਹਉ ਘੋਲੇ ਜੀਉ ਘੋਲ ਕਮਾਏ ਗੁਰ ਦਰਸ਼ਨ ਸੰਤ ਪਿਆਰੇ ਜੀਉ। ਸਾਧੂ ਕਹਿੰਦੇ ਹਉ ਘੋਲੇ ਜੀਉ ਘੋਲ ਕਮਾਏ। ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਲਿਹਾਰੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਮੈਂ ਆਪ ਜੀ ਦੇ ਦਰਸ਼ਨਾਂ ਤੋਂ ਭੋਲ ਕਮਾਏ, ਵਾਰਨੇ ਜਾਂਦਾ ਹਾਂ, ਬਲਿਹਾਰਨੇ ਜਾਂਦਾ ਹਾਂ ਸੰਤ ਪਿਆਰੇ ਜੀਓ। ਇਸ ਤਰ੍ਹਾਂ ਦੀ ਇਹ ਪਹਿਲੀ ਚਿੱਠੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਿਖਣੀ ਕੀਤੀ। ਤੇ ਜੋ ਸਿੱਖ ਨਾਲ ਸੇਵਾ ਕਰਦਾ ਸੀ ਉਸ ਨੂੰ ਕੋਲ ਬੁਲਾਇਆ ਤੇ ਚਿੱਠੀ ਦੇ ਕੇ ਆਖਿਆ ਕਿ ਇਹ ਚਿੱਠੀ ਅੰਮ੍ਰਿਤਸਰ ਲੈ ਕੇ ਜਾਓ ਤੇ ਗੁਰੂ ਪਿਤਾ ਨੂੰ ਜਾ ਕੇ ਦੇਣੀ, ਤੇ ਜੋ ਵੀ ਗੁਰੂ ਸਾਹਿਬ ਹੁਕਮ ਕਰਨਗੇ ਉਹ ਸਾਨੂੰ ਆਣ ਕੇ ਦੱਸਣਾ ਕਰਨਾ। ਸਿੱਖ ਵਿਚਾਰਾ ਚਿੱਠੀ ਲਈ, ਚਿੱਠੀ ਸਾਂਭਦਾ ਹੋਇਆ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚਾ ਤੇ ਕਾਫੀ ਸਮਾਂ ਸੀ ਜਿਹੜਾ ਲੱਗ ਗਿਆ ਆਉਂਦਿਆਂ ਤੇ ਕੱਪੜਿਆਂ ਦੇ ਉੱਤੇ ਤੇ ਸਰੀਰ ਦੇ ਅੰਗਾਂ ਦੇ ਉੱਤੇ ਘੱਟਾ ਮਿੱਟੀ ਜਿਹੜਾ ਸੀ ਲੱਗਾ ਹੋਇਆ ਸੀ। ਤੇ ਜਦੋਂ
ਅੰਮ੍ਰਿਤਸਰ ਪਹੁੰਚਾ ਤੇ ਜਾਂਦਿਆਂ ਰਸਤੇ ਦੇ ਵਿੱਚ ਪਿਰਥੀ ਚੰਦ ਮਿਲ ਗਿਆ। ਪਿਰਥੀ ਚੰਦ ਪੁੱਛਦਾ ਹੈ ਕਿ ਤੂੰ ਕੌਣ ਹੈ, ਕਿੱਥੋਂ ਆਇਆ ਹਾਂ। ਤੇ ਕਿਤੇ ਉਹ ਮਨ ਦੇ ਵਿੱਚ ਸੋਚਦਾ ਕਿਤੇ ਅੰਮ੍ਰਿਤਸਰੋਂ ਨਾ ਕੋਈ ਆਇਆ ਹੋ, ਉੱਥੋਂ ਮਾਫ਼ ਕਰਨਾ ਲਾਹੌਰ ਤੋਂ ਨਾ ਹੀ ਆਇਆ ਹੋਏ ਕੋਈ। ਤੇ ਜਦੋਂ ਸਿੱਖ ਵਿਚਾਰਾ ਭੋਲਾ ਭਾਲਾ ਸੀ, ਉਸਨੇ ਕਹਿ ਦਿੱਤਾ ਕਿ ਮੈਂ ਲਾਹੌਰ ਤੋਂ ਆਇਆ ਹਾਂ। ਇਹ ਆਪ ਜੀ ਦੇ ਛੋਟੇ ਭਰਾ ਨੇ ਚਿੱਠੀ ਲਿਖ ਕੇ ਗੁਰੂ ਪਾਤਸ਼ਾਹ ਨੂੰ ਦੇਣ ਵਾਸਤੇ ਕਿਹਾ ਹੈ। ਤੇ ਪਿਰਥੀ ਚੰਦ ਨੇ ਉਹ ਜਿਹੜੀ ਚਿੱਠੀ ਲਿਖੀ ਸੀ, ਪੱਤਰਕਾਰ ਲਿਖੀ ਸੀ, ਉਹ ਲੈ ਲਈ। ਕਿਹਾ ਕਿ ਤੁਸੀਂ ਹੁਣ ਜਾਓ, ਅਸੀਂ ਆਪੇ ਹੀ ਚਿੱਠੀ ਜਿਹੜੀ ਹੈ ਗੁਰੂ ਪਿਤਾ ਨੂੰ ਦੇ ਦੇਵਾਂਗੇ। ਤੇ ਚਿੱਠੀ ਲੈ ਕੇ ਨਵੇਕਲੇ ਹੋ ਕੇ ਜਦੋਂ ਪੜ੍ਹੀ ਤੇ ਬਾਣੀ ਪੜ੍ਹਨ ਦੇ ਅਸਾਰ ਹੀ ਤੇ ਚਿੰਤਾਤਰ ਹੋ ਗਿਆ। ਚਿੰਤਾ ਮਨ ਦੇ ਵਿੱਚ ਪੈ ਗਈ ਕਿ ਇਹ ਤਾਂ ਉਹੋ ਹੀ ਬਾਣੀ ਹੈ ਜੋ ਗੁਰੂ ਪਿਤਾ ਜੀ ਉਚਾਰਨ ਕਰਦੇ ਹਨ। ਇਹ ਤਾਂ ਉਹੋ ਜਿਹੀ ਬਾਣੀ, ਉਹੋ ਹੀ ਤਕਰੀਬ ਬਾਣੀ ਹੈ। ਤੇ ਜੇ ਇਹ ਪਿਤਾ ਨੂੰ ਮਿਲ ਗਈ ਚਿੱਠੀ, ਤੇ ਕਿਤੇ ਇਹੋ ਜਿਹਾ ਨਾ ਹੋਵੇ ਕਿ ਛੇਤੀ ਛੇਤੀ ਲਾਹੌਰ ਤੋਂ ਅਰਜਨ ਨੂੰ ਇੱਥੇ ਬੁਲਾ ਲੈਣ ਤੇ ਉਹਨਾਂ 'ਤੇ ਇਹ ਚਿੱਠੀ ਪੜ੍ਹਦਿਆਂ ਸਾਰ ਹੀ ਗੁਰਗੱਦੀ ਉਹਨਾਂ ਨੂੰ ਦੇ ਦੇਣੀ ਹੈ। ਤੇ ਉਹ ਜਿਹੜੀ ਚਿੱਠੀ ਸੀ ਆਪਣੇ ਗੀਸੇ ਦੇ ਵਿੱਚ ਪਾ ਲਈ, ਚੋਲੇ ਦੇ ਗੀਸੇ ਦੇ ਵਿੱਚ ਪਾ ਲਈ। ਆਖਿਆ ਕਿ ਤੁਸੀਂ ਜਾਓ, ਇਹ ਚਿੱਠੀ ਅਸੀਂ ਆਪ ਪਹੁੰਚਾ ਦੇਵਾਂਗੇ। ਤੇ ਸਿੱਖ ਤਾਂ ਵਿਚਾਰਾ ਦਰਸ਼ਨ ਪਰਸ਼ਨ ਕਰਕੇ ਫਿਰ ਵਾਪਸ ਲਾਹੌਰ ਚਲਾ ਗਿਆ। ਜਾ ਕੇ ਸਤਿਗੁਰੂ ਜੀ ਨੂੰ ਕਹਿੰਦੇ ਹਨ ਕਿ ਅਸੀਂ ਆਪ ਜੀ ਦੀ ਚਿੱਠੀ ਪਹੁੰਚਾ ਆਏ ਹਾਂ। ਤੇ ਸਤਿਗੁਰੂ ਕਹਿੰਦੇ ਕਿ ਠੀਕ ਹੈ। ਤੇ ਕੁਝ ਸਮਾਂ ਫਿਰ ਗੁਜ਼ਰ ਗਿਆ। ਸਤਿਗੁਰੂ ਸੋਚਦੇ ਹਨ ਕਿ ਅਜੇ ਤੱਕ ਕੋਈ ਅੰਮ੍ਰਿਤਸਰ ਤੋਂ ਸੁਨਾਹਾ ਨਹੀਂ ਆਇਆ। ਫਿਰ ਕਾਫੀ ਦਿਨ ਗੁਜ਼ਰ ਗਏ। ਫਿਰ ਮਨ ਦੇ ਵਿੱਚ ਬੜਾ ਜਿਹੜਾ ਸੀ ਦਰਸ਼ਨਾਂ ਦਾ ਜਿਹੜਾ ਸੀ ਉਹ ਜਿਹੜੀ ਸੀ ਪਿਆਸ ਲੱਗੀ ਸੀ, ਮਨ ਤੜਫ ਰਿਹਾ ਸੀ ਸਤਿਗੁਰੂ ਜੀ ਦਰਸ਼ਨਾਂ ਨੂੰ। ਫਿਰ ਦੂਸਰਾ ਸ਼ਬਦ, ਫਿਰ ਦੂਸਰੀ ਚਿੱਠੀ ਫਿਰ ਉਚਾਰਨ ਕਰਦੇ ਹਨ, ਲਿਖਦੇ ਹਨ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੇ। ਧਨ ਸੋ ਦੇਸ ਜਹਾਂ ਤੋਂ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਦੂਸਰੀ ਚਿੱਠੀ ਸਤਿਗੁਰੂ ਜੀ ਲਿਖਦੇ ਹਨ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਗੁਰੂ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦਾ ਮੁਖ ਸੁਹਾਵਾ, ਸੁਹਾਵਣਾ ਸੋਭਨੀਕ ਹੈ, ਸਹਿਜ ਧੁਨ ਬਾਣੀ। ਤੇ ਜਿਹੜੀ ਆਪ ਜੀ ਦੇ ਮੁਖ ਦੇ ਵਿੱਚੋਂ ਬਾਣੀ ਉਚਰਦੀ ਹੈ, ਆਪ ਜੀ ਦੇ ਬੋਲ ਬੋਲਦੇ ਹੋ, ਉਹ ਸਹਿਜ ਅਵਸਥਾ ਵਾਲੀ ਹੈ। ਉਹ ਜਿਹੜੀ ਬਾਣੀ ਆਪ ਉਚਾਰਨ ਕਰਦੇ ਹੋ, ਉਹ ਸਹਿਜ ਅਵਸਥਾ ਵਾਲੀ ਆਪ ਜੀ ਦੀ ਬਾਣੀ ਹੈ। ਚਿਰ ਹੋਵਾ ਦੇਖੇ ਸਾਰੰਗ ਪਾਣੀ। ਤੇ ਚਿਰ ਹੋਵਾ ਆਪ ਜੀ ਦੇ ਦਰਸ਼ਨਾਂ ਨੂੰ ਦੇਖਿਆ ਹੋਇਆਂ ਨੂੰ ਸਾਰੰਗ ਪਾਣੀ। ਜਿਸ ਤਰ੍ਹਾਂ ਬੇਹਾ ਪਾਣੀ ਨੂੰ ਲੋਚਦਾ ਹੈ, ਇਸ ਤਰ੍ਹਾਂ ਸਤਿਗੁਰੂ ਕਹਿੰਦੇ ਹਨ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ ਚਿਰ ਹੋਵਾ ਦੇਖੇ ਸਾਰੰਗ ਪਾਣੀ। ਸਾਰੰਗ ਪਾਣੀ ਦਾ ਦੂਸਰਾ ਅਰਥ ਇੱਕ ਹੋਰ ਕਰਦੇ ਹਨ ਕਿ ਜਿਹੜਾ ਸਾਰੰਗ ਨਾਮੇ ਦਾ ਧਨੁੱਖ ਚੁੱਕਣ ਵਾਲਾ ਪ੍ਰਮਾਤਮਾ, ਉਹਨੂੰ ਵੀ ਸਾਰੰਗ ਕਹਿੰਦੇ ਹਨ। ਕਹਿੰਦੇ ਹਨ ਕਿ ਸਾਰੰਗ ਨਾਮੇ ਦਾ ਧਨੁੱਖ ਚੁੱਕਣ ਵਾਲੇ ਗੁਰੂ ਪਿਤਾ ਜੀ ਆਪ ਜੀ ਦੇ ਦਰਸ਼ਨ ਦੇਖਿਆ ਨੂੰ ਚਿਰ ਹੋਵਾ ਦੇਖੇ ਸਾਰੰਗ ਪਾਣੀ। ਆਪ ਜੀ ਦੇ ਸਾਰੰਗ ਪਾਣੀ ਵਰਗੇ ਦਰਸ਼ਨਾਂ ਦੇਖਿਆਂ ਨੂੰ ਚਿਰ ਹੋ ਗਿਆ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ। ਉਹ ਦੇਸ ਧਨ ਹੈ, ਅੰਮ੍ਰਿਤਸਰ ਦੀ ਧਰਤੀ ਧਨ ਹੈ, ਜਿੱਥੇ ਆਪ ਜੀ ਵਸ ਰਹੇ ਹੋ। ਮੇਰੇ ਸੱਜਣ ਮੀਤ ਮੁਰਾਰੇ ਜੀ, ਇਹ ਮੇਰੇ ਮੁਰਾਰੀ ਮੀਤ, ਮੁਰਾਰੀ ਰੂਪ ਗੁਰੂ ਪਾਤਸ਼ਾਹ ਪਿਤਾ ਜੀ। ਧਨ ਸੋ ਦੇਸ, ਉਹ ਦੇਸ ਧਨ ਹੈ ਜਿਸ ਦੇਸ ਵਿੱਚ ਆਪ ਅੰਮ੍ਰਿਤਸਰ ਦੀ ਧਰਤੀ 'ਤੇ ਵਸ ਰਹੇ ਹੋ। ਹਉ ਘੋਲੇ ਜੀਓ ਘੋਲ ਕਮਾਏ, ਗੁਰ ਸੱਜਣ ਮੀਤ ਮੁਰਾਰੇ ਜੀਓ। ਸਤਿਗੁਰੂ ਫਿਰ ਕਹਿੰਦੇ ਹਨ ਹਉ ਘੋਲੀ ਹਉ ਘੋਲ ਕਮਾਏ। ਹਉ ਘੋਲੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬੁਲਹਾਰਨੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਘੋਲੀ ਘੋਲ ਕਮਾਏ, ਮੈਂ ਆਪ ਜੀ ਦੇ ਮੁਰਾਰੇ ਰੂਪ ਦੇ ਉੱਪਰੋਂ ਸਤਿਗੁਰੂ ਜੀ ਮੁਰਾਰੇ ਰੂਪ ਤੋਂ ਮੈਂ ਘੋਲੀ ਹਉ ਘੋਲ ਕਮਾਏ। ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬੁਲਹਾਰਨੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਫੇਰਨੇ ਜਾਂਦਾ ਹਾਂ। ਗੁਰ ਸੱਜਣ ਮੀਤ ਮੁਰਾਰੇ ਜੀ, ਮੇਰੇ ਗੁਰੂ ਸੱਜਣ ਮੀਤ ਮੁਰਾਰੇ ਰੂਪ ਜੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬੁਲਹਾਰਨੇ ਜਾਂਦਾ ਹਾਂ।
ਇਹ ਸਤਿਗੁਰੂ ਜੀ ਦੂਸਰੀ ਚਿੱਠੀ ਲਿਖਦੇ ਹਨ। ਫਿਰ ਉਹ ਸਿੱਖ ਨੂੰ ਬੁਲਾਉਂਦੇ ਹਨ ਕਿ ਜਾ ਇਹ ਚਿੱਠੀ ਜਿਹੜੀ ਹੈ ਇਹ ਜਾ ਕੇ ਗੁਰੂ ਪਿਤਾ ਰਾਮਦਾਸ ਜੀ ਨੂੰ ਦੇ ਆਓ ਅਤੇ ਦੱਸਿਓ ਆਣ ਕੇ ਕੀ ਸਤਿਗੁਰੂ ਜੀ ਸੁਣਾ ਦਿੰਦੇ ਹਨ। ਅਤੇ ਫਿਰ ਜਦੋਂ ਦੂਸਰੀ ਚਿੱਠੀ ਲੈ ਕੇ ਸਿੱਖ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚਦਾ ਹੈ, ਫਿਰ ਜਾਂਦਿਆਂ ਰਸਤੇ ਦੇ ਵਿੱਚ ਹੀ ਪ੍ਰਿਥੀ ਚੰਦ ਮਿਲ ਪੈਂਦਾ ਹੈ। ਪ੍ਰਿਥੀ ਚੰਦ ਕਹਿੰਦਾ ਹੈ ਕਿ ਭਲਿਆ ਤੂੰ ਅਜੇ ਲਾਹੌਰ ਗਿਆ ਨਹੀਂ, ਇੱਥੇ ਹੀ ਉਦੋਂ ਦਾ ਹੈ। ਅਤੇ ਕਹਿੰਦਾ ਕਿ ਭੋਲਾ ਭਾਲਾ ਸਿੱਖ ਸੀ, ਇਹ ਵਲ ਛਲ ਕੋਈ ਜਾਣਦਾ ਨਹੀਂ ਸੀ। ਕਹਿੰਦਾ ਨਹੀਂ ਜੀ, ਮੈਂ ਲਾਹੌਰ ਤਾਂ ਗਿਆ ਸੀ, ਪਰ ਆਪ ਜੀ ਦੇ ਭਰਾ ਨੇ ਇੱਕ ਹੋਰ ਚਿੱਠੀ ਲਿਖ ਕੇ ਸਤਿਗੁਰੂ ਜੀ ਨੂੰ ਦੇਣ ਵਾਸਤੇ ਭੇਜਿਆ ਹੈ। ਅਤੇ ਜਦੋਂ ਉਹ ਵੀ ਚਿੱਠੀ ਪ੍ਰਿਥੀ ਚੰਦ ਨੇ ਲੈ ਲਈ, ਉਹ ਵੀ ਚਿੱਠੀ ਪੜ੍ਹੀ, ਫਿਰ ਜ਼ਿਆਦਾ ਚਿੰਤਾਤਰ ਹੋ ਗਿਆ। ਫਿਰ ਚਿੰਤਾ ਜਿਹੜੀ ਉਹਦੀ ਹੋਰ ਵੱਧ ਗਈ। ਇਹ ਤਾਂ ਉਹੋ ਜਿਹੀ ਬਾਣੀ ਗੁਰੂ ਪਿਤਾ ਵਰਗੀ ਬਾਣੀ ਹੀ ਉਚਾਰਨ ਕਰ ਰਹੇ ਹਨ, ਲਿਖ ਰਹੇ ਹਨ। ਕਹਿੰਦੇ ਕਿ ਜਾਓ, ਅਸੀਂ ਇਹ ਚਿੱਠੀ ਜਿਹੜੀ ਹੈ ਆਪ ਜੀ ਦੀ ਗੁਰੂ ਪਾਤਸ਼ਾਹ ਕੋਲ ਪਹੁੰਚਾ ਦੇਵਾਂਗੇ ਅਤੇ ਅਰਜਨ ਨੂੰ ਕਹਿਣਾ ਕਿ ਪਿਤਾ ਦਾ ਹੁਕਮ ਹੈ, ਅਜੇ ਤੁਸੀਂ ਉੱਥੇ ਹੀ ਲਾਹੌਰ ਦੇ ਵਿੱਚ ਹੀ ਰਹਿਣਾ ਹੈ ਅਤੇ ਜ਼ਿਆਦਾ ਚਿੱਠੀਆਂ ਮੈਨੇ ਲਿਖ ਕੇ ਭੇਜਣੀਆਂ, ਅਸੀਂ ਆਪੇ ਹੀ ਬੁਲਾ ਲਵਾਂਗੇ। ਸਿੱਖ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਦਰਸ਼ਨ ਪ੍ਰਸ਼ਨ ਕਰਕੇ ਫਿਰ ਲਾਹੌਰ ਚਲਾ ਗਿਆ। ਅਤੇ ਜਾ ਕੇ ਸਤਿਗੁਰੂ ਨੂੰ ਕਹਿੰਦੇ ਹਨ ਕਿ ਅੱਜ ਚਿੱਠੀ ਆਪ ਜੀ ਦੀ ਪਹੁੰਚਾਏ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਕਮ ਹੋਇਆ ਹੈ ਗੁਰੂ ਪਾਤਸ਼ਾਹ ਦਾ ਕਿ ਅਜੇ ਤੁਸੀਂ ਲਾਹੌਰ ਹੀ ਠਹਿਰਨਾ ਹੈ, ਅਜੇ ਆਉਣਾ ਨਹੀਂ ਹੈ, ਅਸੀਂ ਆਪੇ ਹੀ ਬੁਲਾ ਲਵਾਂਗੇ ਅਤੇ ਨਾ ਜ਼ਿਆਦਾ ਚਿੱਠੀਆਂ ਲਿਖ ਕੇ ਭੇਜਣੀਆਂ। ਅਤੇ ਪਹਿਲਾਂ ਤਾਂ ਬੜੇ ਉਦਾਸ ਹੋ ਗਏ। ਉਦਾਸ ਹੋਣ ਤੋਂ ਬਾਅਦ ਸੋਚਦੇ ਹਨ ਕਿ ਗੁਰੂ ਪਿਤਾ ਜੀ ਤਾਂ ਇਹੋ ਜਿਹੀ ਗੱਲ ਨਹੀਂ ਕਹਿ ਸਕਦੇ, ਇਹ ਕੋਈ ਨਾ ਕੋਈ ਜ਼ਰੂਰ ਵਿੱਚ ਗੱਲ ਹੈ। ਅਤੇ ਇਹ ਗੁਰੂ ਪਿਤਾ ਤਾਂ ਬੜੇ ਮਿੱਠ ਬੋਲੜੇ ਹਨ, ਬੜੇ ਪਿਆਰ ਦੇ ਨਾਲ ਬੋਲਦੇ ਹਨ। ਜੇ ਕਿਧਰੇ ਅੰਮ੍ਰਿਤਸਰ ਵੀ ਕਿਤੇ ਗਏ ਹੋਣ ਤਾਂ ਵੀ ਸਾਨੂੰ 2-3 ਸੁਨੇਹੇ ਤੇ ਭੇਜ ਹੀ ਦਿੰਦੇ ਸਨ ਕਿ ਫਿਕਰ ਨਾ ਕਰਿਓ, ਅਸੀਂ ਜਲਦੀ ਆ ਜਾਣਾ ਹੈ ਅਤੇ ਮਨ ਨਹੀਂ ਡਲਾਉਣਾ ਅਤੇ ਅਸੀਂ ਜਲਦੀ ਹੀ ਪਹੁੰਚ ਜਾਵਾਂਗੇ। ਇਸ ਤਰ੍ਹਾਂ ਦੇ ਸੁਨੇਹੇ ਭੇਜਦੇ ਸਨ। ਅਤੇ ਹੁਣ ਇੱਥੇ ਉਹਨਾਂ ਦੇ ਹੁਕਮ ਦੇ ਨਾਲ ਅਸੀਂ ਇੱਥੇ ਬੈਠੇ ਹਾਂ, ਪਰ ਇਹੋ ਜਿਹੀਆਂ ਗੱਲਾਂ ਗੁਰੂ ਪਿਤਾ ਕਿਸ ਤਰ੍ਹਾਂ ਕਰ ਸਕਦੇ ਹਨ। ਫਿਰ ਸਿੱਖ ਨੂੰ ਕੋਲ ਬਣਾਉਂਦੇ ਹਨ ਕਿ ਭਲਿਆ ਜਿਹੜੀ ਚਿੱਠੀ ਹੈ ਤੂੰ ਗੁਰੂ ਪਾਤਸ਼ਾਹ ਨੂੰ ਦੇ ਕੇ ਪਿਤਾ ਨੂੰ ਦੇ ਕੇ ਆਉਂਦੇ ਰਹੇ ਹੋ ਕਿ ਜਾਂ ਕਿਸੇ ਹੋਰ ਨੂੰ ਫੜਾ ਕੇ ਆ ਜਾਂਦੇ ਹੋ। ਅਤੇ ਸਿੱਖ ਨੇ ਸਾਰੀ ਗੱਲ ਦੱਸ ਦਿੱਤੀ ਕਿ ਨਹੀਂ ਜੀ, ਆਪ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਮਿਲਦੇ ਰਹੇ ਹਨ ਅਤੇ ਮੈਂ ਇਹ ਜਿਹੜੀਆਂ ਚਿੱਠੀਆਂ ਸਨ, ਦੋਵੇਂ ਚਿੱਠੀਆਂ ਉਹਨਾਂ ਨੂੰ ਦੇ ਕੇ ਆਉਂਦਾ ਰਿਹਾ ਹਾਂ। ਉਹ ਕਹਿੰਦੇ ਸਨ ਕਿ ਅਸੀਂ ਗੁਰੂ ਪਿਤਾ ਦੇ ਕੋਲ ਪਹੁੰਚਾ ਦੇਵਾਂਗੇ। ਇਹ ਜਿਹੜੀ ਗੱਲ ਸੀ, ਇਹ ਵੀ ਜਿਹੜਾ ਹੁਕਮ ਕੀਤਾ ਸੀ, ਇਹ ਵੀ ਪ੍ਰਿਥੀ ਚੰਦ ਨੇ ਹੀ ਕਿਹਾ ਸੀ ਕਿ ਅਰਜਨ ਨੂੰ ਕਹਿਣਾ ਕਿ ਅਜੇ ਲਾਹੌਰ ਹੀ ਠਹਿਰਨਾ ਹੈ, ਸਮਾਂ ਆਉਣ 'ਤੇ ਅਸੀਂ ਆਪੇ ਬੁਲਾ ਲਵਾਂਗੇ। ਅਤੇ ਚਿੱਠੀਆਂ ਵੀ ਨਾ ਇੰਨੀਆਂ ਲਿਖੀਆਂ। ਅਤੇ ਜਦੋਂ ਇਹ ਗੱਲ ਸਤਿਗੁਰੂ ਜੀ ਨੇ ਸੁਣੀ, ਸੋਚਦੇ ਹਨ ਕਿ ਇਹ ਤਾਂ ਕੋਈ ਪ੍ਰਿਥੀ ਚੰਦ ਦੀ ਹੀ ਚਾਲ ਹੈ। ਅਤੇ ਫਿਰ ਤੀਸਰੀ ਚਿੱਠੀ ਲਿਖਦੇ ਹਨ। ਸੋ ਜਿਸ ਦਾ ਵਿਚਾਰ ਅਸੀਂ ਸਤਿਗੁਰੂ ਦੀ ਕਿਰਪਾ ਦੇ ਨਾਲ ਕੱਲ੍ਹ ਨੂੰ ਕਰਾਂਗੇ।